साल हो गए मैं ਉਹਦੇ ਹੱਥ ਤੇ ਰੱਖੜੀ नहीं बन्नी मैं ਉਹਦੇ ਹੱਥ ਤੇ ਰੱਖੜੀ ਬੰਨ੍ਹੀ ਮੇਰੇ ਪੁੱਤ ਨੂੰ ਇੱਕ ਵਾਰੀ ਮੈਂ ਗੱਲ ਨਾਲ ਲਾਉਣਾ ਚਾਹੁੰਦੀ ਹਾਂ सरकार को लेके मैंने और जान दिता जावे ते हुण मिल दिता जावे मैं कोले जावां देखा दा मूँह देखा की हालत होई ਉਹਦੀ जो घर बार दा सी सारा निचोड़ करके आए करता नहीं सर रो रहा सी बहुत ज़्यादा कहना सी मेरा जी नहीं लगता सोनू मिलने ਨੂੰ बहुत जी करदा कहना सी डैडी फीस भरन वाली है मेरी उदों भी बहुत रोंदा सी अंतिम दर्शन जी मैनू तो कोई नहीं कराऊ ना सही इन्हां नूं तां जरूर मिलना चाहिए पीजा ਮਾਛੀ ਕੇ ਪਿੰਡ ਦਾ ਸੁਖਦਰਸ਼ਨ ਸਿੰਘ ਮਾਂ ਬਾਪ ਦਾ ਇਕਲੌਤਾ ਪੁੱਤਰ ਆਪਣੇ ਸੁਨਹਿਰੀ ਭਵਿੱਖ ਲਈ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਪਰ ਸ਼ਾਇਦ ਉਸ ਨੂੰ ਨਹੀਂ ਪਤਾ ਸੀ ਕਿ ਹੁਣ ਉਸ ਦਾ ਮੇਲ ਆਪਣੇ ਮਾਪਿਆਂ ਨਾਲ ਕਦੇ ਨਹੀਂ ਹੋਵੇਗਾ ਕਿਉਂਕਿ 7 ਦਿਨ ਪਹਿਲਾਂ ਸੁਖਦਰਸ਼ਨ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਸੁਖਦਰਸ਼ਨ ਸਿੰਘ ਸਟੇਟ ਲੈਵਲ ਦਾ ਫੁੱਟਬਾਲ ਦਾ ਖਿਡਾਰੀ ਸੀ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਪਿਤਾ ਨੇ ਆਪਣੀ ਸਾਰੀ ਜ਼ਮੀਨ ਗਹਿਣੇ ਕਰ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ। ਉਸ ਦੇ ਵਿਦੇਸ਼ ਜਾਣ ਕਰਕੇ ਪਰਿਵਾਰ ਕਰਜ਼ਾਈ ਤੱਕ ਹੋ ਗਿਆ। 7 ਦਿਨ ਪਹਿਲਾਂ ਜਦੋਂ ਸੁਖਦਰਸ਼ਨ ਦੀ ਮੌਤ ਦੀ ਖਬਰ ਪਿੰਡ ਪਹੁੰਚੀ ਤਾਂ ਪਿਤਾ ਨੇ ਉਸ ਸਮੇਂ ਹੀ ਮੰਜਾ ਫੜ ਲਿਆ ਅਤੇ ਸੁਖਦਰਸ਼ਨ ਦਾ ਪਿਤਾ 7 ਦਿਨਾਂ ਤੋਂ ਬਿਨਾਂ ਕੁਝ ਖਾਧੇ ਇੱਕ ਬੈਠਕ ਵਿੱਚ ਇਕੱਲਾ ਬੈਠਾ ਏ ਕਿਉਂਕਿ ਉਸ ਦੇ ਇਕਲੌਤੇ ਚਿਰਾਗ ਨੂੰ ਸੋਹਣੇ ਦੇਸ਼ ਨੇ ਖਾ ਲਿਆ। ਦੂਸਰੇ ਪਾਸੇ ਸੁਖਦਰਸ਼ਨ ਦੀ ਮਾਂ ਤੇ ਦਾਦੀ ਸੁਖਦਰਸ਼ਨ ਦੇ ਵਿਛੋੜੇ ਵਿੱਚ ਹੰਝੂ ਸੁਕਾ ਚੁੱਕੀਆਂ ਨੇ ਕਿਉਂਕਿ ਉਹਨਾਂ ਨੇ ਹੱਸਦੇ ਖੇਡਦੇ ਸੁਖਦਰਸ਼ਨ ਨੂੰ 2 ਸਾਲ ਪਹਿਲਾਂ ਵਿਦਾ ਕੀਤਾ ਸੀ। ਸੁਖਦਰਸ਼ਨ ਦੀ ਧਾਹਾਂ ਮਾਰਦੀ ਭੈਣ ਨੂੰ ਦੇਖ ਦਿਲ ਚੀਰਿਆ ਜਾਂਦਾ ਏ ਕਿਉਂਕਿ ਉਹ ਰੋਂਦਿਆਂ ਆਖਦੀ ਏ ਕਿ ਮੈਂ ਤਾਂ 2 ਸਾਲ ਤੋਂ ਆਪਣੇ ਵੀਰ ਦੇ ਰੱਖੜੀ ਤੱਕ ਨਹੀਂ ਬੰਨੀ। ਭੈਣ ਨੇ ਰੋਂਦਿਆਂ ਆਖਿਆ ਕਿ ਮੈਂ ਆਪਣੇ ਵੀਰ ਦੀਆਂ ਵਿਆਹ ਦੀਆਂ ਰਸਮਾਂ ਪੂਰੀਆਂ ਕਰਨੀਆਂ ਨੇ, ਕੋਈ ਮੈਨੂੰ ਮੇਰੇ ਵੀਰ ਨਾਲ ਮਿਲਾ ਦਿਓ। ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ? मैं यही मंग करदी हाँ सरकार कोलों कि एक वीर दी भैन नूं उस नूं मिलाया जावे ते जो जो रस्मां रहिंदियां मेरियां पूरियां करन वालियां उस दे विआह राहीं ओ मैं अंतिम रस्मां आपदे हत्थीं पूरियां करां। सेहरा सजाउण दी रस्म, गाना बन्नण दी रस्म 2 साल हो गए मैं ਉਹਦੇ ਹੱਥ ਤੇ ਰੱਖੜੀ नहीं बन्नी मैं ਉਹਦੇ हत्थ ते ਰੱਖੜੀ बन्नना मेरी मंग करदी हां सरकार को लेके मैनू और जान दिता जावे ते हुण मिल दिता जावे। ਭੈਣ ਜੀ ਅਸੀਂ ਸਮਝਦੇ ਹਾਂ ਤੁਹਾਡੇ ਪਰਿਵਾਰ 'ਤੇ ਜੋ ਦੁੱਖਾਂ ਦਾ ਭਾਰ ਟੁੱਟਿਆ ਅਸੀਂ ਵੀ ਉਹਦੇ ਵਿੱਚ ਸ਼ਰੀਕ ਹੁੰਦੇ ਹਾਂ। ਤੁਹਾਡਾ ਭਾਈਚਾਰਾ ਸਮੁੱਚਾ ਦਿਖਦੇ ਹਾਂ ਸ਼ਰੀਕ ਹੈਗਾ ਪਰ ਪ੍ਰਸ਼ਾਸਨ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ, ਪ੍ਰਸ਼ਾਸਨ ਦੇ ਹੱਥ ਹੁੰਦੇ ਆ, ਗੱਲਾਂ ਹੁੰਦੀਆਂ। ਤੁਸੀਂ ਪ੍ਰਸ਼ਾਸਨ ਕੋਲ ਕੋਈ ਪਹੁੰਚ ਕੀਤੀ ਜਾਂ ਤੁਹਾਡੇ ਹਲਕੇ ਦੇ ਜ਼ਿੰਮੇਵਾਰ ਕੋਈ ਹੁੰਦੇ ਆ, MLA ਹੁੰਦੇ ਆ ਜਾਂ ਨੁਮਾਇੰਦੇ ਹੁੰਦੇ ਆ, ਉਹਨਾਂ ਤੱਕ ਕੋਈ ਪਹੁੰਚ ਕੀਤੀ? ਅੱਜ MLA ਜ਼ਰੂਰ ਆਏ ਨੇ, ਉਹ ਵੀ ਫੋਨ ਕਰਨ ਤੇ ਆਏ ਨੇ। ਕੱਲ ਫੋਨ ਕੀਤਾ ਸੀ ਉਹਨਾਂ ਨੂੰ, ਉਹ ਤਾਂ ਪਹੁੰਚੇ ਨੇ ਇੱਥੇ, ਨਹੀਂ ਉਹ ਇੱਥੇ ਨਹੀਂ ਪਹੁੰਚੇ ਸੀ, ਕੋਈ ਹੋਰ ਵੀ ਨਹੀਂ ਆਇਆ। कोई बड़ी गल ਕੀ ਉਹਨਾਂ ਨੇ ਕੀ ਤੁਹਾਨੂੰ ਵਿਸ਼ਵਾਸ ਦਿਵਾਇਆ? ਮੇਰੀ ਦਾਦੀ ਜੀ ਨਾਲ ਗੱਲ ਕੀਤੀ ਸੀ ਉਹਨਾਂ ਨੇ। ਦੂਸਰੇ ਪਾਸੇ ਜਦ ਪਿਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬੋਲਿਆ ਤੱਕ ਨਹੀਂ ਗਿਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਕਿਸੇ MP MLA ਨੇ ਆ ਕੇ ਸਾਰ ਤੱਕ ਨਹੀਂ ਲਈ। MLA ਫੋਨ ਕਰਨ ਤੇ ਆਇਆ ਸੀ ਪਰ ਸਿਰਫ ਬੈਠ ਕੇ ਹੀ ਮੁੜ ਗਿਆ। ਕੀ ਤੁਹਾਡੇ 'ਤੇ ਦੁੱਖਾਂ ਦਾ ਭਾਰ ਟੁੱਟਿਆ? ਤੁਸੀਂ ਇਸ ਵਕਤ ਸਾਨੂੰ ਪਤਾ ਸਦਮੇ 'ਚੋਂ ਹੁਣ ਤੇ ਪਤਾ ਲੱਗਿਆ ਵੀ ਤੁਹਾਡੀ ਵੀ ਹਾਲਤ ਬਹੁਤ ਮਾੜੀ ਆ। ਤੁਹਾਡਾ ਇਕਲੌਤਾ ਪੁੱਤਰ ਇਸ ਤਰ੍ਹਾਂ ਦੁਨੀਆ ਤੋਂ ਚਲਾ ਗਿਆ, ਬਾਹਰ ਕਮਾਈਆਂ ਕਰਨ ਗਿਆ ਸੀ, ਤੁਹਾਨੂੰ ਆਸਾਂ ਸੀ ਪਰ ਤੁਹਾਡੇ ਨਾਲ ਜੋ ਅਣਹੋਣੀ ਹੈ। ਤੁਹਾਡੀ ਹੁਣ ਕੀ ਪ੍ਰਸ਼ਾਸਨ ਤੋਂ ਮੰਗ ਹੈ?
ਵੀਰ ਤਾਂ ਇਹੀ ਮੰਗ ਆ, ਮੈਂ ਉਹਦੇ ਕੋਲੇ ਜਾਵਾਂ, ਦੇਖਾਂ ਉਹਦਾ ਮੂੰਹ, ਦੇਖਾਂ ਕੀ ਹਾਲਤ ਹੋਈ ਉਹਦੇ ਨਾਲ, ਕੀ ਬੀਤਾ ਉਹਦੇ ਨਾਲ। ਮੈਂ ਤਾਂ ਕੀ ਕਰ ਸਕਦਾ ਮੈਂ ਹੁਣ, ਜਿਹੜਾ ਕੁਝ ਕੋਈ ਪ੍ਰਸ਼ਾਸਨ ਤੋਂ ਮੰਗ ਸ਼ਾਸਨ ਤਾਂ ਮੇਰੀ ਕੋਈ ਮੰਗ ਆ, ਮੈਂ ਉਹਦੇ ਕੋਲੇ ਜਾਣਾ ਚਾਹੁੰਦਾ ਬਸ। ਪਤਾ ਲੱਗਿਆ ਵੀ ਤੁਹਾਡੀ ਜੋ ਜ਼ਮੀਨ ਸੀ ਉਹ ਵੀ ਤੁਸੀਂ ਗਹਿਣੇ ਧਰਤੀ ਹੈ, ਕੋਈ ਕਰਜ਼ੇ ਵਗੈਰਾ ਦੀ ਮਾਫੀ ਦੀ ਕੋਈ ਮੰਗ ਕਰਦੇ ਹੋ? ਉਹਦਾ ਜਿਹੜਾ ਕੋਈ ਹੈਗਾ ਹੀ ਆ, ਕੋਈ ਉਹ ਤਾਂ ਮੇਰੀ ਕੋਈ ਮੰਗ ਨਹੀਂ, ਕੋਈ ਨਹੀਂ। ਪਰਿਵਾਰ ਦੀ ਮੰਗ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇ ਪਿੰਡ ਲਿਆਂਦੀ ਜਾਵੇ ਜਾਂ ਫਿਰ ਉਹਨਾਂ ਨੂੰ ਵਿਦੇਸ਼ ਭੇਜ ਸੁਖਦਰਸ਼ਨ ਸਿੰਘ ਦੇ ਅੰਤਿਮ ਦਰਸ਼ਨ ਕਰਵਾਏ ਜਾਣ। ਹਾਂਜੀ ਮਾਤਾ, ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਡੇ ਬੱਚੇ ਦੀ ਮੌਤ ਹੋ ਗਈ ਹੈ ਬਾਹਰ ਕੈਨੇਡਾ 'ਚ? ਹੁਣ 1 ਦਾ ਟਾਈਮ ਸੀਗਾ, ਕੰਮ ਤੋਂ ਆਇਆ ਸੀ, ਹਾਂਜੀ। ਕੰਮ ਤੋਂ ਆ ਕੇ ਬਸ ਬੂਟ ਜਰਾਬਾਂ ਲਾਈਆਂ ਨੇ, ਨਹਾਉਣ ਚਲਿਆ ਗਿਆ। ਅੱਛਾ ਜੀ। ਬਾਥਰੂਮ ਦੇ ਵਿੱਚ ਬਸ ਇਹੀ ਪਤਾ ਲੱਗਿਆ ਵੀ ਉਹਦੀ ਮੌਤ ਹੋ ਗਈ। ਮੌਤ ਦਾ ਕੀ ਕਾਰਨ ਬਣਿਆ, ਕੁਝ ਪਤਾ ਲੱਗਿਆ ਸੀ? 2 ਦਿਨ ਪਹਿਲਾਂ ਫੋਨ ਆਇਆ ਸੀ, ਹਾਂਜੀ। ਰੋ ਰਿਹਾ ਸੀ ਬਹੁਤ ਜ਼ਿਆਦਾ, ਅੱਛਾ ਜੀ। ਕਹਿੰਦਾ ਸੀ ਮੇਰਾ ਜੀਅ ਨਹੀਂ ਲੱਗਦਾ, ਤੁਹਾਨੂੰ ਮਿਲਣ ਨੂੰ ਬਹੁਤ ਜੀਅ ਕਰਦਾ, ਬਹੁਤ ਮਿਸ ਕਰ ਰਿਹਾ ਸੀ। ਕੋਈ ਟੈਨਸ਼ਨ ਵਗੈਰਾ ਤਾਂ ਨਹੀਂ ਸੀ ਕਿ ਪਿੱਛੋਂ ਪਰਿਵਾਰ ਪ੍ਰਤੀ ਹੁੰਦਾ, ਪਿੱਛੋਂ ਕਈ ਵਾਰੀ ਘਰ ਦੇ ਹਾਲਾਤ ਮਾੜੇ ਹੁੰਦੇ ਆ, ਬੱਚੇ ਦਾ ਧਿਆਨ ਇੱਧਰ ਪਰਿਵਾਰ ਵਾਲੀ ਵੀ ਆ ਜਾਂਦਾ, ਇਹੋ ਜਿਹਾ ਕੋਈ ਕਾਰਨ? 2 ਦਿਨ ਪਹਿਲਾਂ ਡੈਡੀ ਨਾਲ ਵੀ ਬਹੁਤ ਗੱਲਾਂ ਕਰੀਆਂ ਸੀ, ਹਾਂਜੀ। ਕਹਿੰਦਾ ਸੀ ਡੈਡੀ ਫੀਸ ਭਰਨ ਵਾਲੀ ਹੈ ਮੇਰੀ, ਅੱਛਾ ਜੀ। ਤੇ ਉਦੋਂ ਵੀ ਬਹੁਤ ਰੋਂਦਾ ਸੀ। ਹਾਂਜੀ। ਮੇਰੀ ਇਹੀ ਸਰਕਾਰ ਕੋਲੋਂ ਮੰਗ ਹੈ, ਮੈਂ ਆਪਣੇ ਬੱਚੇ ਕੋਲ ਜਾਣਾ ਚਾਹੁੰਦੀ ਹਾਂ, ਆਪਣੇ ਬੱਚੇ ਨੂੰ ਆਪਣੇ ਹੱਥੀਂ ਤੋਰਨਾ ਚਾਹੁੰਦੀ ਹਾਂ। ਮਤਲਬ ਤੁਸੀਂ ਪਹੁੰਚ ਕੀਤੀ ਹੈ ਪ੍ਰਸ਼ਾਸਨ ਕੋਲੇ, ਕੋਈ ਇਹਦੇ ਸੰਬੰਧ ਵਿੱਚ ਕੋਈ ਅਧਿਕਾਰੀ ਜਾਂ ਤੁਹਾਡੇ ਹਲਕੇ ਦੇ ਜਿਹੜੇ ਜ਼ਿੰਮੇਵਾਰ ਨੁਮਾਇੰਦੇ ਹੁੰਦੇ ਆ ਉਹਨਾਂ ਤੱਕ ਪਹੁੰਚ ਕੀਤੀ ਹੈ, ਜਾਂ ਤੁਹਾਡੇ ਨਾਲ ਕੋਈ ਦੁੱਖ ਵੰਡਾਉਣ ਆਇਆ ਤੁਹਾਡੇ ਘਰੇ? ਕੋਈ ਨਹੀਂ ਆਇਆ, ਵੋਟਾਂ ਵੇਲੇ ਤਾਂ ਭੱਜੇ ਫਿਰਦੇ ਨੇ, ਕੋਈ ਨਹੀਂ ਆਇਆ, ਇਸ ਮੌਕੇ 'ਤੇ ਕੋਈ ਨਹੀਂ ਆਇਆ। ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਹੋਵੇ, ਡੀਸੀ ਦਫ਼ਤਰੋਂ ਉੱਧਰੋਂ ਕੋਈ ਆਇਆ ਹੋਵੇ? ਨਹੀਂ, ਕੋਈ ਨਹੀਂ ਆਇਆ। ਤੁਸੀਂ ਜਿਹੜੀਆਂ ਆਪਣੇ ਬੱਚੇ ਦੀਆਂ ਅੰਤਿਮ ਕਿਰਿਆਵਾਂ ਹੁੰਦੀਆਂ ਉਹ ਆਪਣੇ ਹੱਥੀਂ ਕਰਨਾ ਚਾਹੁੰਦੇ ਹੋ? ਆਪਦੇ ਹੱਥੀਂ ਕਰਨਾ ਚਾਹੁੰਦੀ ਹਾਂ ਬਸ, ਮੇਰੇ ਪੁੱਤ ਨੂੰ ਇੱਕ ਵਾਰੀ ਮੈਂ ਗਲ ਨਾਲ ਲਾਉਣਾ ਚਾਹੁੰਦੀ ਹਾਂ। ਕਿੰਨੀ ਉਮਰ ਸੀਗੀ ਜੀ ਸੁਖਦਰਸ਼ਨ? 21 ਸਾਲ। 21 ਸਾਲ। ਕਿੰਨਾ ਚਿਰ ਹੋ ਗਿਆ ਸੀ ਉਹਨਾਂ ਨੂੰ ਬਾਹਰ ਗਿਆ ਨੂੰ? 2 ਸਾਲ ਹੋਣ ਵਾਲੀ ਸੀ ਬਸ, ਕੁਛ ਮਹੀਨਾ ਕੀ ਘੱਟ ਹੈ। ਕਿੰਨੀ ਉਹ ਪੜ੍ਹਾਈ ਉਹਨਾਂ ਦੀ ਪੂਰੀ ਹੋ ਚੁੱਕੀ ਸੀ ਕਿ ਹਜੇ ਪੜ੍ਹਾਈ ਚੱਲ ਰਹੀ? ਰਹਿੰਦੀ ਸੀ। ਅੱਛਾ। ਕੁਛ ਨਹੀਂ ਕੀਤਾ, ਮੇਰੇ ਨਾਲ ਬੋਲੇ ਨਹੀਂ, ਉਹ ਤਾਂ ਪਾਸੇ ਬਹਿ ਕੇ ਮੁੜ ਗਏ ਜੀ, ਮੈਂ ਉੱਥੇ ਗਈ ਸੀ। ਹਾਂਜੀ ਮਾਤਾ, ਐਮਐਲਏ ਸਾਹਿਬ ਆਏ ਸੀ ਤੁਹਾਡੇ ਘਰੇ ਦੁੱਖ ਮਨਾਉਣ? ਐਮਐਲਏ ਆਏ ਸੀ, ਇੱਥੋਂ ਮੈਨੂੰ ਪਤਾ ਲੱਗਿਆ, ਕਹਿੰਦੀ ਬੀਬੀ ਉੱਥੇ ਚਲੀ ਜਾ। ਉਹਨਾਂ ਨੇ ਦੇਖ ਕੇ ਕੋਈ ਗੱਲਬਾਤ ਨਹੀਂ ਕੀਤੀ, ਮੇਰੇ ਨਾਲ ਕੋਈ ਸਾਂਝੀ ਨਹੀਂ ਕੀਤੀ। ਹਾਂਜੀ। ਨਾ, ਉੱਥੇ ਹੀ ਬੰਦਿਆਂ 'ਚ ਬੈਠੇ ਮੁੜ ਗਏ। ਕਿਸੇ ਨੂੰ ਤੁਹਾਡੇ ਜਿਹੜੇ ਇੱਥੇ ਭਾਈਚਾਰੇ ਦੇ ਲੋਕ ਬੈਠੇ ਉਹਨਾਂ ਨੂੰ ਕੁਝ ਕਹਿ ਕੇ ਗਏ ਵੀ ਹਾਂ ਅਸੀਂ ਪਹੁੰਚ ਕਰ ਬਸ ਰਹੇ ਉਹ ਹਾਂ? ਬੈਠੇ, ਹਜੇ ਅਸੀਂ ਜੀ ਗੱਲ ਨਹੀਂ ਹੋਈ, ਮੁੜ ਕੇ ਹੋਰ ਭੈਣ ਭਾਈ ਆ ਗਏ, ਕੋਈ ਗੱਲ ਨਹੀਂ ਹੋਈ, ਉਹ ਉੱਥੋਂ ਹੀ ਉੱਠ ਕੇ ਤੁਰ ਗਏ, ਮੈਂ ਇੱਧਰ ਆ ਗਈ ਫਿਰ। ਹਾਂਜੀ, ਇੱਥੇ ਪਹੁੰਚੇ ਤੇ ਸਾਨੂੰ ਪਤਾ ਲੱਗਿਆ ਸੁਖਦਰਸ਼ਨ ਇੱਕ ਸਟੇਟ ਲੈਵਲ ਦਾ ਪਲੇਅਰ ਸੀ, ਉਸਦਾ ਇਸ ਤਰ੍ਹਾਂ ਚਲੇ ਜਾਣਾ, ਘਰ ਦੇ ਹਾਲਾਤ ਦੇਖਿਆ ਤੁਹਾਡੇ, ਘਰ ਦੇ ਹਾਲਾਤਾਂ ਨੂੰ ਵੇਖਦੇ ਹੋਏ ਬਾਹਰ ਗਿਆ, ਚੰਗੀਆਂ ਕਮਾਈਆਂ ਕਰਨ ਗਿਆ, ਪਰ ਤੁਹਾਡੇ ਨਾਲ ਸਾਰੇ ਸੁਪਨੇ ਅਧੂਰੇ ਰਹੇ। ਅਸੀਂ ਜੀ ਉਹਦੇ ਅਧੂਰੇ ਸੁਪਨਿਆਂ ਨੇ ਬਹੁਤ ਔਖੀਆਂ, ਪਰ ਇਹਨਾਂ ਦੀ ਬੱਚਿਆਂ ਦੀ ਮੰਗ ਹੈ ਉਹ ਇਹਨਾਂ ਦੀ ਛੇਕੜ ਦੀ ਪੂਰੀ ਕਰੀ ਜਾਵੇ। ਆਖਰੀ ਵਾਰ ਇਹ ਆਪਦੇ ਬੱਚੇ ਦੇ ਕੋਲੇ ਜਾ ਸਕਣ, ਭੈਣ ਆਪਦੇ ਵੀਰ ਦੇ ਕੋਲੇ ਜਾ ਸਕਣ, ਮੇਰੀ ਇਹੀ ਮੰਗ ਹੈ। ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਹਜੇ ਕੋਈ ਸਾਡੀ ਬਾਂਹ ਫੜਨ ਵਾਲਾ ਨਹੀਂ ਇੱਥੇ ਆਇਆ, ਅਸੀਂ ਤਾਂ ਦੁੱਖ 'ਚ ਹੀ ਬੈਠੇ। ਤੁਹਾਡੀ ਆਰਥਿਕਤਾ, ਤੁਹਾਡਾ ਕਿੰਨਾ ਕੁ ਪੈਸਾ ਲੱਗ ਗਿਆ ਬੱਚੇ ਨੇ ਕੋਈ ਬਾਹਰ ਭੇਜਿਆ ਕਿ ਫੀਸਾਂ ਹਜੇ ਜਿਹੜੀ ਫੀਸਾਂ ਤਰ੍ਹਾਂ ਨਹੀਂ ਸੀ ਪੂਰੀਆਂ? ਸਾਰੀ ਆਪਾਂ ਬੱਚੇ ਤੇ ਲਾ ਬੈਨੇ ਆ, ਜੋ ਘਰ-ਬਾਰ ਦਾ ਸੀ ਸਾਰਾ ਨਿਚੋੜ ਕਰਕੇ ਆਏ ਕਰਤਾ ਨਿੰਬੂ। ਤੁਸੀਂ ਚਾਹੁੰਦੇ ਆ ਤੁਹਾਡੀ ਆਰਥਿਕ ਤੌਰ ਤੇ ਵੀ ਸਰਕਾਰ ਕੋਈ ਮਦਦ ਕਰੇ? ਸਾਡੇ ਕੋਈ ਮਦਦ ਕਰ ਸਕਦਾ ਤਾਂ ਇਹਨਾਂ ਦੀ ਬਾਂਹ ਫੜੇ, ਇਹ ਬੱਚੇ ਕਿਸੇ ਤਰੀਕੇ ਨਾਲ ਉੱਥੇ ਪਹੁੰਚ ਸਕਣ। ਸੁਖਦਰਸ਼ਨ ਹੁਣ ਕਿੰਨੇ ਭੈਣ ਭਰਾ ਸਨ? ਇਹ ਬਸ ਇੱਕ ਇਹ ਕੁੜੀ ਹੈ, ਇੱਕ ਉਹ ਸੀ, ਬਸ ਜੀ 2 ਹੀ ਸੀ। ਉਹ ਚਿਰਾਗ ਸਾਡਾ ਬੁੱਝ ਚੁੱਕਿਆ। ਕਿੰਨੇ ਦਿਨ ਹੋ ਗਏ ਸੁਖਦਰਸ਼ਨ ਦੀ ਮੌਤ ਹੋਈ ਤੇ ਅੱਜ ਤੁਸੀਂ ਅੱਜ ਜੀ ਉਹਦੀ ਸਾਨੂੰ ਸੋਮਵਾਰ ਦਾ ਪਤਾ ਲੱਗਾ, 7ਵਾਂ ਦਿਨ ਅੱਜ। ਉਹਦੀ ਦਰਸ਼ਨ ਕਰਨ ਨੂੰ ਤੁਸੀਂ ਅੱਜ ਬੈਠੇ ਆ ਵੀ ਸਾਨੂੰ ਦਰਸ਼ਨ ਅੰਤਿਮ ਦਰਸ਼ਨ ਕਰਨ ਨੂੰ ਬੈਠੇ? ਹਾਂ, ਅੰਤਮ ਦਰਸ਼ਨ ਜੀ ਮੈਨੂੰ ਤਾਂ ਕੋਈ ਨਹੀਂ ਕਰਾਊ ਨਾ ਸਹੀ, ਇਹਨਾਂ ਨੂੰ ਤਾਂ ਜ਼ਰੂਰ ਮਿਲਣਾ ਚਾਹੀਦਾ ਵੀਜ਼ਾ, ਇਹਨਾਂ ਨੂੰ ਮਿਲੇ। ਮਾਤਾ ਜੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ। ਮਾਤਾ ਜੀ, ਤੁਸੀਂ ਕੁਝ ਹੋਰ
ਕਹਿਣਾ ਚਾਹੁੰਦੇ ਹੋ? ਪਤਾ ਲੱਗਿਆ ਵੀ ਤੁਹਾਡੇ ਹਲਕੇ ਦੇ ਐਮਐਲਏ ਸਾਹਿਬ ਪਹੁੰਚੇ ਸੀ, ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਜੋ ਵੀ ਕੋਈ ਤੁਹਾਡੇ ਪ੍ਰਸ਼ਾਸਨ ਤੱਕ ਤੁਸੀਂ, ਜਿਵੇਂ ਤੁਸੀਂ ਪਤਾ ਲੱਗਿਆ ਵੀ ਬੱਚੇ 'ਤੇ ਤੁਸੀਂ ਆਪਦਾ ਮਾਤਾ ਦੇ ਕਹਿਣ 'ਤੇ ਘਰ ਵੀ ਲਾ ਦਿੱਤਾ, ਕੋਈ ਇਹੋ ਜਿਹੀ ਆਰਥਿਕ ਮਦਦ ਦੀ ਮੰਗ ਕਰਦੇ? ਮੰਗਾਂ ਤਾਂ ਬਹੁਤ ਨਹੀਂ ਸਰ, ਹਾਂਜੀ। ਪਰ ਉਹ ਚਲੇ ਗਏ, ਕੋਈ ਗੱਲ ਹੀ ਨਹੀਂ ਸੁਣੀ ਉਹਨਾਂ ਨੇ। ਸੁਖਦਰਸ਼ਨ ਦੇ ਡੈਡੀ ਕੀ ਕੰਮਕਾਰ ਕਰਦੇ ਜੀ? ਹਾਂ, ਖੇਤੀਬਾੜੀ ਦਾ ਕੰਮ ਕਰਦੇ ਸੀ। ਤੁਹਾਡੇ ਘਰ ਦਾ ਉਹਨਾਂ ਦੀ ਸੱਟ ਲੱਗੀ ਵੀ ਹੈ, ਉਹ ਕੁਛ ਕਰ ਨਹੀਂ ਸਕਦੇ। ਅੱਛਾ ਜੀ, ਕੀ ਪ੍ਰੋਬਲਮ ਆ ਉਹਨਾਂ ਨੂੰ? ਐਕਸੀਡੈਂਟ ਹੋ ਗਿਆ ਸੀ। ਅੱਛਾ ਜੀ, ਮਤਲਬ ਤੁਹਾਡੇ ਜਿਹੜਾ ਘਰ ਦਾ ਚੁੱਲ੍ਹਾ ਚੱਲਦਾ ਸੀ, ਸੁਖਦਰਸ਼ਨ ਦੇ ਸਿਰ 'ਤੇ ਚੱਲਦਾ ਸੀ ਤੁਹਾਡੇ ਘਰ ਦਾ ਚੁੱਲ੍ਹਾ, ਤੁਹਾਡਾ ਮਤਲਬ ਜਿਹੜੀ ਕਮਾਈ ਦਾ ਸਾਧਨ, ਇੱਕ ਤੁਹਾਡਾ ਲੜਕਾ ਪੁੱਤਰ ਸੀਗਾ। ਹਾਂਜੀ। ਹੁਣ ਤੁਹਾਡੇ ਤੁਸੀਂ ਮਤਲਬ ਤੁਹਾਨੂੰ ਇਹ ਹੈਗਾ ਵੀ ਸਾਡੀ ਕੋਈ ਬਾਂਹ ਫੜਿਆ। ਹਾਂਜੀ, ਬੜੇ ਚਾਵਾਂ ਲਾਡਾਂ ਨਾਲ ਤੋਰਿਆ ਸੀ, ਸਾਰਾ ਕੁਛ ਆਪਦਾ ਤਨ ਮਨ ਉਹ 'ਤੇ ਲਾਤਾ ਸੀਗਾ, ਜੋ ਵੀ ਕੁਛ ਹੈਗਾ ਸੀ ਸਭ ਕੁਛ ਵੇਚ ਵੱਟਤਾ ਸੀ। ਉੱਥੇ ਸੁਖਦਰਸ਼ਨ ਕਿਹਦੇ ਕੋਲੇ ਰਹਿੰਦਾ ਸੀਗਾ ਜੀ? ਸਾਡੇ ਸਕਿਆਂ ਚੋਂ ਹੀ ਸੀਗੇ ਜੀ, ਉਹਨਾਂ ਕੋਲ ਹੀ ਰਹਿੰਦਾ ਸੀ। ਅੱਛਾ ਜੀ। ਪਿਓ ਦਾ ਤਾਂ ਬੁਰਾ ਹਾਲ ਆ ਬਾਈ, ਉਹ ਸ਼ਰਾਬ ਪੀ ਪਿਆ, ਉਹ ਅੰਦਰ ਪਏ ਆ ਡੈਡੀ ਤਾਂ ਸੁਖਦਰਸ਼ਨ ਦੇ। ਹਾਂਜੀ। ਤੇ ਰੋਟੀ ਨਹੀਂ ਖਾਧੀ ਨੂੰ ਤਾਂ 7 ਦਿਨ ਹੋ ਗਏ, ਬਸ 7 ਦਿਨਾਂ ਦਾ ਉਹ ਅੰਦਰ ਹੀ ਪਿਆ, ਨਾ ਕਿਸੇ ਨਾਲ ਬੋਲਦਾ, ਨਾ ਉਹ ਬੰਦਿਆਂ 'ਚ ਬਹਿੰਦਾ, ਬੈੱਡ 'ਤੇ ਹੀ ਪਿਆ ਰਹਿੰਦਾ ਉਹ ਤਾਂ ਬਸ। ਅੱਜ 7 ਦਿਨਾਂ ਪਿੱਛੋਂ ਅੱਜ ਨਵਾਇਆ ਉਹ ਵੀ ਬੰਦਿਆਂ ਨੇ ਫੜ ਕੇ, ਨਾ ਨਹਾਤਾ ਨਾ ਰੋਟੀ ਖਾਧੀ, ਕੁਛ ਨਹੀਂ, ਬਸ ਪਾਣੀ ਤੇ ਇਕੱਲੇ ਤੇ। ਪਤਾ ਲੱਗਿਆ ਜੀ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ, ਨਾ ਗੋਡੇ ਤੇ ਸੱਟ ਵੱਜੀ ਆ, ਚੱਪਣੀ ਹਿੱਲੀ ਵੀ ਤੋਂ ਆ, ਐਡਾ ਦੁੱਖਾਂ ਦਾ ਭਾਰ ਟੁੱਟ ਗਿਆ। ਆਪਰੇਸ਼ਨ ਹੋਇਆ ਹੁਣ ਕਮਾਈ ਦਾ, ਘਰ ਦੀ ਰੋਟੀ ਦਾ ਕੀ ਹੱਲ ਹੈਗਾ? ਕੋਈ ਹੱਲ ਨਹੀਂ, ਸਾਰੀ ਜ਼ਮੀਨ ਗਹਿਣੇ ਆ, ਕੋਈ ਹੱਲ ਨਹੀਂ। ਉਹ ਤਾਂ ਮੁੰਡੇ ਤੇ ਲਾਤੀ ਜਿੰਨੀ ਜ਼ਮੀਨ ਇਹਨਾਂ ਨੇ। ਜ਼ਮੀਨ ਸੀ ਉਹ ਤੁਸੀਂ ਗਹਿਣੇ ਕਰਦੇ? ਹਾਂ, ਉਹ ਗਹਿਣੇ ਕਰਕੇ ਹੀ ਵਿਆਜ ਤੇ ਪੈਸੇ ਫੜ ਕੇ ਜਿਹੜੇ ਘਟਦੇ ਸੀ ਉਹ ਮੁੰਡੇ ਤੇ ਲਾ ਦੇ, ਬਸ ਮਾੜਾ ਮੋਟਾ, ਬਸ 2 ਗਾਈਆਂ ਦੁੱਧ ਪਾ ਕੇ ਗੁਜ਼ਾਰਾ ਕਰਦੇ ਆ। ਉਹਦੀ ਲੱਤ ਦਾ, ਗੋਡੇ ਦਾ ਆਪਰੇਸ਼ਨ ਹੋਇਆ ਹੋਇਆ, ਬਸ ਉਵੇਂ ਜਿੱਕਰ ਡੁੱਡਾ ਲੰਗੜਾ ਪੱਟੇ ਲਿਆਉਂਦਾ ਸੀਗਾ। ਹੁਣ 7 ਦਿਨ ਹੋ ਗਏ, ਪਸ਼ੂ ਵੀ ਭੁੱਖੇ ਹੋਏ ਆ, ਗਵਾਂਢੀ ਸਾਂਭਦੇ ਪਸ਼ੂਆਂ ਨੂੰ, ਤੇ ਭੈਣ ਭਾਈ ਗਵਾਂਢੀ ਕੋਈ ਰੋਟੀ ਪਕਾ ਕੇ ਦਿੰਦਾ ਇਹਨਾਂ ਨੂੰ। ਹੁਣ ਤਾਂ ਕੋਈ ਸ਼ਰਤ ਨਹੀਂ, ਕੋਈ ਆਈ ਜਾਵੇ ਕੋਈ ਮੁੜੀ ਜਾਵੇ, ਉਹ ਪੈ ਬੈੱਡ ਤੇ। ਉਹ ਤਾਂ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਐਂ ਕਹਿੰਦੇ ਆ ਵੀ ਇਹ ਤਿੰਨੇ ਜਾਣੇ, ਬੇਟੀ ਤੇ ਮਾਂ ਪਿਓ, ਉਹਦਾ ਉੱਥੇ ਵਗ ਜਾਣ, ਨਾਲੇ ਤਾਂ ਕੁੜੀ ਆ ਰੱਜ ਕੇ ਆਰੇ ਭਰਾ ਨੂੰ ਦੇਖ ਲਵੇ, ਸਿਹਰੇ ਬੰਨੇ, ਗਾਨਾ ਬੰਨੇ, ਨਾਲੇ ਇਹ ਆਰੇ ਪੁੱਤ ਨੂੰ ਚਾਂਦੀ ਵਾਰ ਦਾ ਪਿਆਰ ਦੇਣ, ਤੇ ਵੀਰਾਂ ਜਰਾ ਦੇਖ ਲੈਣ। 2 ਸਾਲ ਹੋ ਗਏ ਵਿਛੜਿਆਂ ਨੂੰ। ਅਸੀਂ ਤਾਂ ਇਹੀ ਮੰਗ ਕਰਦੇ ਵੀ ਇਹਨਾਂ ਨੂੰ ਬਾਹਰ ਜਾਣਾ ਚਾਹੀਦਾ, ਵੀ ਹੋਰ ਕੋਈ ਹੱਲ ਨਹੀਂ। ਵਿਚਾਰੇ ਕੀ ਕਰਨਗੇ, ਉਹ ਤਾਂ ਕਿਹੜਾ ਕਮਾਈ ਕਰਨ ਵਾਲਾ, ਲੱਤ ਤੋਂ ਅੰਜ ਹੈਗਾ, ਉਹ ਤੋਂ ਕੰਮ ਤਾਂ ਕੋਈ ਹੁੰਦਾ ਨਹੀਂ ਗਾ। ਪੱਠੇ ਵੀ ਵਢਾਉਂਦਾ ਸੀ, ਕਿਸੇ ਤੋਂ ਲੱਦ ਨਹੀਂ ਸਕਦਾ, ਚੱਕ ਨਹੀਂ ਸਕਦਾ, ਵੀ ਇੰਨਾ ਲੰਗ ਮਾਰਦਾ। ਪਿੱਛੇ ਕਮਾਈ ਦਾ ਕੋਈ ਜ਼ਰੀਆ ਨਹੀਂ ਰਹਿ ਗਿਆ? ਨਹੀਂ, ਕੋਈ ਜ਼ਰੀਆ ਨਹੀਂ। ਪਰਿਵਾਰ ਦੀ ਆਰਥਿਕਤਾ ਤੁਸੀਂ ਕਿਹਾ ਜੋ ਜ਼ਮੀਨ ਸੀ ਗਹਿਣੇ ਕਰ ਦਿੱਤੀ? ਹਾਂ, ਗਹਿਣੇ ਆ ਉਹ ਤਾਂ, ਕੁਛ ਲੂਣ ਲਾਉਣ ਵੀ ਚੱਕੀ ਬੈਠਿਆ, ਬਸ ਇਹ ਬੰਨ ਸੁੱਭ ਕਰਕੇ ਤੋਰਿਆ ਸੀਗਾ। ਵੀ ਅਸੀਂ ਐਂ ਕਹਿੰਦੇ ਵੀ ਜੇ ਇਹਨਾਂ ਦਾ ਕੁਛ ਉੱਥੇ ਬਣ ਜੇ ਵਿਚਾਰਿਆਂ ਦਾ, ਚਲੋ ਜਵਾਕ ਨੂੰ ਤਾਂ ਦੇਖ ਲੈਣ ਇੱਥੇ ਜਾਂਦੇ। ਸਰਕਾਰ ਤੋਂ ਵੀ ਮੰਗ ਕਰਦੇ ਆ ਕਰ ਉਹ ਆਇਆ ਸੀ, ਮਿਲ ਕੁਛ ਨਹੀਂ ਬੋਲਿਆ ਬਈ, ਉਹ ਤਾਂ ਬੈਠ ਕੇ ਬੰਦਾ ਚੁੱਪ ਕਰਕੇ ਮੁੜ ਗਿਆ। ਜਿਹੜਾ ਤੁਹਾਡਾ ਇੱਥੋਂ ਦਾ ਹਲਕਾ ਨਿਹਾਲ ਸਿੰਘ ਵਾਲਾ ਦਾ ਐਮਐਲਏ ਆ, ਹਾਂ, ਉਹ ਕੋਈ ਗੱਲ ਨਹੀਂ, ਕੋਈ ਵਿਸ਼ਵਾਸ ਨਹੀਂ ਦਵਾ ਕੇ ਗਿਆ? ਨਹੀਂ ਕੁਛ ਨਹੀਂ ਕਹਿ ਕੇ ਗਿਆ, ਬਸ ਆਇਆ ਚੁੱਪ ਕਰਕੇ ਮੁੜ ਗਿਆ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਜ ਅਸੀਂ ਪਿੰਡ ਮਾਛੀਏ ਜ਼ਿਲ੍ਹਾ ਮੋਗਾ ਤੋਂ ਬੋਲ ਰਹੇ ਹਾਂ। ਸਾਡਾ ਬੇਟਾ ਸੁਖਦਰਸ਼ਨ ਸਿੰਘ ਕੈਨੇਡਾ ਦੇ ਵਿੱਚ ਹਾਰਟ ਅਟੈਕ ਦੇ ਨਾਲ ਉਹਦੀ ਮੌਤ ਹੋ ਗਈ, ਜੋ ਕਿ ਜੂਨ ਵਿੱਚ 2 ਸਾਲ ਹੋ ਜਾਣਗੇ। ਪਰਿਵਾਰ ਦਾ ਬਹੁਤ ਬੁਰਾ ਹਾਲ ਆ। ਅਸੀਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਇੱਕ ਤਾਂ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਇਸ ਪਰਿਵਾਰ ਨੂੰ ਵੀਜ਼ਾ ਦਿੱਤਾ ਜਾਵੇ, ਇਹ ਆਪਣੇ ਪੁੱਤ ਦੀਆਂ ਅੰਤਮ ਰਸਮਾਂ ਕੈਨੇਡਾ ਵਿੱਚ ਜਾ ਕੇ ਕਰ ਸਕਣ। ਅਤੇ ਮੈਂ ਐਮਐਲਏ ਅਤੇ ਜਿੰਨੇ ਐਮਪੀ ਸਾਡੇ ਇਲਾਕੇ ਦੇ, ਅਸੀਂ ਉਹਨਾਂ ਦਾ ਪੂਰਾ ਪੁਰਜ਼ੋਰ ਵਿਰੋਧ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਪਰਿਵਾਰ ਦੇ ਆ ਕੇ ਇੱਕ ਵਾਰ ਵੀ ਸਾਡੇ ਨਾਲ ਦੁੱਖ ਸਾਂਝਾ ਨਹੀਂ ਕੀਤਾ। ਉਹਨਾਂ ਨੇ, ਅਸੀਂ ਬਹੁਤ ਦੁੱਖ ਦੀ ਘੜੀ 'ਚ ਹਾਂ। ਇਸ ਵਾਸਤੇ ਜਦੋਂ ਵੀ ਕੋਈ ਇੱਥੇ ਆਊਗਾ ਐਮਐਲਏ ਐਮਪੀ, ਅਸੀਂ ਉਹਨੂੰ ਪੁੱਛਾਂਗੇ ਵੀ ਦੱਸੋ ਤੁਸੀਂ ਸਾਡੇ ਪੁੱਤ ਵਾਸਤੇ ਕੀ ਕੀਤਾ, ਜਿਹੜਾ ਕੈਨੇਡਾ ਦੇ ਵਿੱਚ ਸਾਡਾ ਰੁਲ ਰਿਹਾ ਸੀ। ਤੁਸੀਂ ਸਾਡੀ ਆ ਕੇ ਇੱਕ ਵਾਰੀ ਵੀ ਬਾਂਹ ਨਹੀਂ ਫੜੀ। ਅਸੀਂ ਤੁਹਾਨੂੰ ਕਿਵੇਂ ਵੋਟਾਂ ਪਾਈਏ? ਸਾਡੇ ਪਰਿਵਾਰ ਦੀ 200-250 ਵੋਟ ਆ। ਅਸੀਂ ਪੂਰਾ ਉਹਨਾਂ ਦਾ ਵਿਰੋਧ ਕਰਾਂਗੇ। ਆਂਦਾ ਐਮਪੀ ਸਦੀਕ ਅਤੇ ਮਨਜੀਤ ਸਿੰਘ ਆਮ ਆਦਮੀ ਪਾਰਟੀ ਦੇ ਜੋ ਐਮਐਲਏ ਆ, ਅਸੀਂ ਇਹਨਾਂ ਨੂੰ ਪੂਰੇ ਘੇਰਾਂਗੇ ਥਿਆਂ ਨੂੰ ਕਿ ਸਾਡੇ ਇੱਕ ਵੀ ਉਹਨਾਂ ਨੇ ਆ ਕੇ ਦੁੱਖ ਦੇ ਵਿੱਚ ਕਿਹੜਾ ਵੀ ਗੱਲ ਨਹੀਂ ਕਰੀ ਸਾਡੇ ਨਾਲ। ਉਹਨਾਂ ਨੇ ਸਾਡੀ ਕੋਈ ਮਾਲੀ ਮਦਦ ਨਹੀਂ ਕੀਤੀ, ਕੋਈ ਸਾਡੇ ਬੱਚਿਆਂ ਤੁਸੀਂ ਉਹਨਾਂ ਤੋਂ ਕੀ ਮਦਦ ਚਾਹੁੰਦੇ ਹੋ ਐਮਐਲਏ ਸਾਹਿਬ ਤੋਂ? ਮਦਦ ਅਸੀਂ ਇਹ ਚਾਹੁੰਦੇ ਹਾਂ ਜੀ,
ਇੱਕ ਤਾਂ ਸਾਡੇ ਪਰਿਵਾਰ ਦੀ ਜੋ ਇਹ ਮਾਂ ਪਿਓ ਆ ਸੁਖਦਰਸ਼ਨ ਦਾ ਅਤੇ ਭੈਣ ਆ, ਇਹਨਾਂ ਨੂੰ ਕੋਈ ਵੀਜ਼ਾ ਦਿੱਤਾ ਜਾਵੇ ਜੋ ਕਿ ਇਹ ਆਪਣੇ ਪੁੱਤ ਦੀਆਂ ਅੰਤਮ ਰਸਮਾਂ ਕੈਨੇਡਾ ਵਿੱਚ ਕਰ ਸਕਣ, ਅਤੇ ਇਹਨਾਂ ਦੀ ਜੋ ਜ਼ਮੀਨ ਸੀ ਉਹ ਵੀ ਇਹਨਾਂ ਦੀ ਗਹਿਣੇ ਆ। ਸਰਕਾਰ ਤੋਂ ਵੀ ਕਰਜ਼ਾ ਚੱਕਿਆ, ਹੋਰ ਵੀ ਭੈਣ ਭਾਈ ਤੋਂ ਫੜਿਆ, ਅਤੇ ਉਸ ਪੱਖੋਂ ਵੀ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ।